ਆਪਾਂ ਨਿਕਲ ਜਾ ਰਹੇ ਹਾਂ ਜੀ ਡਲਹੌਜ਼ੀ ਦੇ ਟੂਰ ਤੇ, ਉਹ ਵੀ ਅਸੀਂ ਆਪਣੀ ਬਾਈਕ ਦੇ ਉੱਤੇ ਜੀ। ਅੱਜ ਅਜੇ ਟਾਈਮ ਹੋ ਰਿਹਾ ਜੀ ਕੋਈ 5:45 ਦਾ ਪੌਣੇ 6 ਦਾ ਟਾਈਮ ਹੈ ਜੀ। ਤੇ ਕੋਸ਼ਿਸ਼ ਕਰਾਂਗੇ ਕਿ ਆਪਾਂ ਉੱਥੇ 11 ਵਜੇ ਤੱਕ ਪਹੁੰਚ ਜਾਈਏ, ਜਿੰਨਾ ਜਲਦੀ ਹੋ ਸਕਦਾ ਆਪਾਂ ਪਹੁੰਚ ਜਾਈਏ, ਕਿਉਂਕਿ ਮੇਨ ਹਾਈਵੇ ਤੇ ਆਪਾਂ ਤਕਰੀਬਨ 80-100 ਦੀ ਸਪੀਡ ਦੇ ਉੱਤੇ ਕੱਢਾਂਗੇ ਜੀ। ਤੇ ਬਾਕੀ ਦੇਖਦੇ ਹਾਂ। ਫਿਲਹਾਲ ਅਸੀਂ ਖੜੇ ਹਾਂ ਬਟਾਲਾ ਰੋਡ ਤੇ, ਜਿਹੜੀ ਕਿ ਇਸ ਟਾਈਮ ਤੇ ਬਹੁਤ ਹੀ ਘੱਟ ਟ੍ਰੈਫਿਕ ਹੈ। ਤੇ ਚਲੋ ਹੌਲੀ ਹੌਲੀ ਸਫ਼ਰ ਦੀ ਸ਼ੁਰੂਆਤ ਕਰਦੇ ਹਾਂ ਤੇ ਤੁਹਾਡੇ ਨਾਲ ਗੱਲਾਂ ਬਾਤਾਂ ਹੋਰ ਜਾਰੀ ਰਹਿਣਗੀਆਂ। ਤੇ ਚੱਲਦੇ ਹਾਂ ਸਫ਼ਰ ਤੇ ਸ਼ੁਰੂ ਕਰਦੇ ਹਾਂ ਜੀ। ਸਾਨੂੰ ਅੰਮ੍ਰਿਤਸਰ ਤੋਂ ਨਿਕਲਿਆ ਕਰੀਬਨ 15 ਮਿੰਟ ਹੋ ਚੁੱਕੇ ਨੇ ਤੇ ਤੁਸੀਂ ਦੇਖ ਹੀ ਰਹੇ ਹੋ ਕਿ ਸੜਕ ਮਤਲਬ ਕਿੰਨੀ ਸਾਫ਼ ਤੇ ਖਾਲੀ ਹੈ। ਇਸ ਟਾਈਮ ਅਗਰ ਥੋੜੀ ਬਹੁਤ ਟ੍ਰੈਫਿਕ ਹੈਗੀ ਵੀ ਹੈ ਤਾਂ ਉਹ ਸਿਰਫ ਕਮਰਸ਼ੀਅਲ ਵਾਹੀਕਲ ਦੀ ਹੈ, ਜਿਹੜੀ ਪਬਲਿਕ ਵਾਹੀਕਲ ਆ ਬਹੁਤ ਘੱਟ ਹੈ ਇਸ ਟਾਈਮ ਤੇ ਰੋਡ ਦੇ ਉੱਤੇ। ਇਹ ਜਿਹੜੀ ਰੋਡ ਤੁਸੀਂ ਦੇਖ ਰਹੇ ਹੋ ਇਹ ਹੈਗੀ ਹੈ ਜੀ ਅੰਮ੍ਰਿਤਸਰ ਪਠਾਨਕੋਟ ਬਾਈਪਾਸ। ਇਹ ਇੱਕ 4-ਵੇ ਲੇਨ ਰੋਡ ਹੈ ਜਿਹੜੀ ਕਿ ਕਾਫੀ ਮੇਨ ਸ਼ਹਿਰਾਂ ਨੂੰ ਆਪਸ ਵਿੱਚ ਜੋੜਦੀ ਹੈ। ਜਿਵੇਂ ਕਿ ਇਹਦੇ ਰਸਤੇ ਵਿੱਚ ਆਪਾਂ ਕਹਿ ਲਈਏ ਬਟਾਲਾ, ਗੁਰਦਾਸਪੁਰ, ਧਾਰੀਵਾਲ, ਦੀਨਾਨਗਰ, ਇਹ ਸ਼ਹਿਰ ਜਿਹੜੇ ਨੇ ਮੇਨ ਸ਼ਹਿਰ ਨੇ ਜਿਹੜੇ ਇਸ ਰਸਤੇ ਥਾਣੀ ਆਪਾਂ ਐਕਸੈਸ ਕਰ ਸਕਦੇ ਹਾਂ। ਕੁਝ ਹੀ ਸਮੇਂ ਵਿੱਚ ਹੁਣ ਆਪਾਂ ਆਪਣਾ 2 ਘੰਟੇ ਦਾ ਸਫ਼ਰ ਕਰਨ ਤੋਂ ਬਾਅਦ ਅਸੀਂ ਪਠਾਨਕੋਟ ਪ੍ਰਵੇਸ਼ ਕਰਨ ਜਾ ਰਹੇ ਹਾਂ। ਇਹ ਜਿਹੜਾ ਜੀ ਪਠਾਨਕੋਟ ਲਿੰਕ ਰੋਡ ਹੈ ਜੋ ਕਿ ਬਾਈਪਾਸ ਤੋਂ ਅੱਗੇ ਨੂੰ ਨਿਕਲਿਆ ਸੀ। ਇਸ ਚੌਂਕ ਦੇ ਵਿੱਚ ਜਿਹੜਾ ਤੁਸੀਂ ਦੇਖੋਗੇ ਇਸ ਚੌਂਕ ਤੋਂ ਪਰਲੇ ਬੰਨੇ ਹੁਣ ਜਿਹੜਾ ਪਠਾਨਕੋਟ ਸ਼ੁਰੂ ਹੋ ਜਾਂਦਾ। ਇਹ ਏਰੀਆ ਫਿਲਹਾਲ ਜਿੱਥੇ ਅਸੀਂ ਡਰਾਈਵ ਕਰ ਰਹੇ ਹਾਂ ਇਹ ਏਰੀਆ ਆਰਮੀ ਦੇ ਅੰਡਰ ਆਉਂਦਾ, ਪਠਾਨਕੋਟ ਕੈਂਟ ਦੇ। ਇੱਥੇ ਕਿੱਡਾ ਸੋਹਣਾ ਟੈਂਕ ਖੜਾ ਕੀਤਾ ਜੀ ਇਹਨਾਂ ਨੇ। ਇੱਕ ਗੱਲ ਵੈਸੇ ਮੰਨਣੀ ਪਏਗੀ, ਆਰਮੀ ਵਾਲੇ ਸਾਫ਼ ਸਫਾਈ ਦਾ ਬਹੁਤ ਧਿਆਨ ਰੱਖਦੇ ਨੇ ਤੇ ਤੁਸੀਂ ਦੇਖੋਗੇ ਕਾਫੀ ਜ਼ਿਆਦਾ ਇੱਥੇ ਮਾਹੌਲ ਸਾਫ਼ ਮਿਲੇਗਾ। ਇੱਧਰ ਅਗਰ ਆਪਾਂ ਗੱਲ ਕਰੀਏ ਤਾਂ ਖੱਬੇ ਪਾਸੇ ਤੇ ਸੱਜੇ ਪਾਸੇ ਦੋਨੋਂ ਹੀ ਆਰਮੀ ਦੀਆਂ ਕਲੋਨੀਜ਼ ਨੇ ਅਤੇ ਤਕਰੀਬਨ ਅੱਧਾ ਕਿਲੋਮੀਟਰ ਸਫ਼ਰ ਕਰਨ ਤੋਂ ਬਾਅਦ ਜਿਹੜਾ ਮੇਨ ਪਠਾਨਕੋਟ ਸ਼ਹਿਰ ਹੈ ਉਹ ਸ਼ੁਰੂ ਹੋ ਜਾਂਦਾ ਹੈ। ਤਕਰੀਬਨ 2 ਘੰਟੇ ਸਫ਼ਰ ਕਰਨ ਤੋਂ ਬਾਅਦ ਅਸੀਂ ਫਾਈਨਲੀ ਪਠਾਨਕੋਟ ਸ਼ਹਿਰ ਪਹੁੰਚ ਚੁੱਕੇ ਹਾਂ। ਹੁਣ ਦਿਲ ਕਰ ਰਿਹਾ ਯਾਰ ਕੁਝ ਖਾ ਲਈਏ, ਸਵੇਰ ਦਾ ਕੁਝ ਖਾਧਾ ਨਹੀਂ, ਘਰੋਂ ਇੱਦਾਂ ਹੀ ਨਿਕਲ ਆਏ ਸੀਗੇ ਚਾਹ ਦਾ ਕੱਪ ਪੀ ਕੇ ਹੀ। ਤੇ ਪ੍ਰੀਤ ਵੀ ਕਹਿ ਰਿਹਾ ਸੀ ਕਿ ਕੋਈ ਜਗ੍ਹਾ ਮਿਲੇ ਤਾਂ ਕੋਈ ਖਾਂਦੇ ਆ। ਤੇ ਹੁਣ ਯਾਰ ਕੋਈ ਵੇਖਦੇ ਹਾਂ ਕੋਈ ਲਾਗੇ ਚੱਕੇ ਢਾਬਾ ਮਿਲਦਾ ਤੇ ਉੱਥੇ ਕੁਝ ਖਾਂਦੇ ਆ। ਬਾਕੀ ਸੜਕ ਵੇਖ ਲਓ ਅਜੇ ਵੀ ਖਾਲੀ ਹੈ, 8 ਵਜੇ ਦਾ ਟਾਈਮ ਹੋ ਗਿਆ ਫਿਰ ਵੀ ਲੋਕਾਂ ਦਾ ਚਲੋ ਚਹਿਲ ਪਹਿਲ ਕਾਫੀ ਘੱਟ ਹੈ। ਚਲੋ ਦੇਖਦੇ ਹਾਂ ਯਾਰ ਕੋਈ ਢਾਬਾ ਮਿਲਦਾ ਕੋਈ ਖਾਂਦੇ ਆ, ਫਿਰ ਬਾਕੀ ਗੱਲਾਂ ਕਰਦੇ ਹਾਂ। ਬ੍ਰੇਕਫਾਸਟ ਕਰਨ ਤੋਂ ਬਾਅਦ ਅਸੀਂ ਤਕਰੀਬਨ 15 ਮਿੰਟ ਬਾਅਦ ਆਪਣਾ ਫਿਰ ਦੁਬਾਰਾ ਸਫ਼ਰ ਸ਼ੁਰੂ ਕਰ ਰਹੇ ਹਾਂ। ਤੇ ਇਸ ਟਾਈਮ 'ਤੇ ਬਾਈਕ ਮੈਂ ਚਲਾ ਰਿਹਾ, ਹੁਣ ਪਹਿਲਾਂ ਪ੍ਰੀਤ ਚਲਾ ਰਿਹਾ ਸੀਗਾ, ਹੁਣ ਮੈਂ ਚਲਾ ਰਿਹਾ ਅਤੇ ਆਪਾਂ ਨਿਕਲ ਚੁੱਕੇ ਹਾਂ। ਤਕਰੀਬਨ 8:15 ਵਜੇ ਆਪਾਂ ਨਿਕਲ ਚੁੱਕੇ ਹਾਂ ਪਠਾਨਕੋਟ ਤੋਂ। ਫਿਰ ਪਠਾਨਕੋਟ ਤੋਂ 15 ਮਿੰਟ ਦੀ ਡਰਾਈਵ ਤੋਂ ਬਾਅਦ ਪਹਾੜੀ ਏਰੀਆ ਸ਼ੁਰੂ ਹੋ ਜਾਂਦਾ ਜੀ। ਡਲਹੌਜ਼ੀ ਵਾਲਾ ਇਸ ਟਾਈਮ ਪਹਾੜੀ ਏਰੀਆ ਸਟਾਰਟ ਹੋ ਗਿਆ। ਹਾਲੇ ਪਹਾੜ ਕਾਫੀ ਦੂਰ ਨੇ ਲੇਕਿਨ ਫਿਰ ਵੀ ਇਹ ਜਿਹੜੀ ਆਪਾਂ ਰੋਡ 'ਤੇ ਜਾ ਰਹੇ ਹਾਂ ਥੋੜ੍ਹੀ ਉੱਚੀ ਹੈ, ਚੜ੍ਹਾਈ ਹੈ ਇੱਕ ਤਰ੍ਹਾਂ ਦੀ ਤੇ ਕਾਫੀ ਮੋੜ ਵਾਲੀ ਰੋਡ ਹੈ, ਕਾਫੀ ਘੁਮਾਵਦਾਰ ਰੋਡ ਹੈਗੀ ਹੈ। ਤੇ ਇੱਥੋਂ ਸ਼ੁਰੂ ਪਹਾੜੀ ਸਫ਼ਰ ਸਾਡਾ ਸ਼ੁਰੂ ਹੋ ਚੁੱਕਾ ਜੀ। ਇੰਜੋਏ ਕਰਦੇ ਰਹੋ। ਪਠਾਨਕੋਟ ਤੋਂ ਚੱਲ ਕੇ ਤਕਰੀਬਨ 1 ਘੰਟੇ ਦੀ ਡਰਾਈਵ ਕਰਨ ਤੋਂ ਬਾਅਦ ਅਸੀਂ ਸੋਚਿਆ ਕਿ ਥੋੜ੍ਹਾ ਰੁਕ ਕੇ ਚਾਹ ਵਗੈਰਾ ਪੀਨੇ ਕਿਸੇ ਜਗ੍ਹਾ 'ਤੇ। ਅਤੇ ਸਾਨੂੰ ਨਜ਼ਦੀਕੀ ਵੈਸੇ ਕਿਤੇ ਚਾਹ ਦਾ ਕੋਈ ਇੱਦਾਂ ਮਿਲਦਾ ਨਹੀਂ ਪਿਆ ਸੀਗਾ ਢਾਬਾ ਟਾਈਪ। ਅਤੇ ਕਾਫੀ ਚੱਲਣ ਤੋਂ ਬਾਅਦ ਇੱਕ ਦੇਖਿਆ ਅਤੇ ਪਹਾੜੀ ਦੇ ਉੱਤੇ ਬਣਿਆ ਹੋਇਆ ਸੀਗਾ ਅਤੇ ਆਪਾਂ ਸੋਚਿਆ ਕਿਉਂ ਨਾ ਉੱਥੇ ਬੈਠ ਕੇ ਚਾਹ ਪੀਂਦੇ ਹਾਂ, ਨਾਲੇ ਪਹਾੜਾਂ ਦੇ ਨਜ਼ਾਰੇ ਲੈਂਦੇ ਹਾਂ।
ਤੇ ਇੱਥੇ ਅਸੀਂ ਰੁਕੇ ਤੇ ਬਹੁਤ ਇੰਜੋਏ ਕੀਤਾ ਜੀ ਇੱਥੇ ਵੀ। ਹੈਲੋ ਦੋਸਤੋ, ਹੁਣੇ ਹੀ ਪਹੁੰਚੇ ਹਾਂ ਇੱਥੇ ਡਲਹੌਜੀ ਪਹੁੰਚੇ ਨਾ। ਡਲਹੌਜੀ ਤੋਂ ਥੋੜਾ ਜਿਹਾ ਅੱਗੇ ਆ ਗਏ ਹਾਂ। ਮਤਲਬ ਕਿ ਵਧੀਆ ਮੌਸਮ ਹੈ ਇੱਥੇ। ਮਤਲਬ ਮੈਂ ਸੋਚਿਆ ਸੀ ਇੱਥੇ ਗਰਮੀ ਹੋ ਗਈ ਹੋਣੀ ਹੈ, ਥੋੜਾ ਬਹੁਤਾ ਮੌਸਮ ਚੇਂਜ ਹੋ ਗਿਆ। ਖਜਾਰ ਦਾ ਰਸਤਾ ਹੈਗਾ ਭਾਜੀ ਇੱਧਰ ਨੂੰ ਹੁਣ ਆਪਾਂ ਜਾਣਾ ਜੀ ਅੱਗੇ ਖਜਾਰ ਦਾ ਰਸਤਾ ਖਜਾਰ। ਤੇ ਮਤਲਬ ਤੁਸੀਂ ਦੇਖ ਹੀ ਸਕਦੇ ਹੋ ਸਿੰਗਲ ਰੋਡ ਹੈਗੀ ਆ। ਚਲੋ ਬਾਕੀ ਹੈ ਵੀ ਵਧੀਆ, ਚਲੋ ਮੌਸਮ ਬਹੁਤ ਵਧੀਆ, ਮਜ਼ਾ ਆ ਰਿਹਾ, ਇੰਜੋਏ ਕਰ ਰਹੇ ਹਾਂ। ਸਵੇਰੇ ਸਵੇਰੇ ਨਿਕਲ ਗਏ ਸੀ, ਉਹਦੇ ਨਾਲ ਫਿਰ ਰਸ਼ ਦਾ ਸਾਹਮਣਾ ਨਹੀਂ ਕਰਨਾ ਪਿਆ ਤੇ ਫ੍ਰੀ ਹੋ ਕੇ ਮਤਲਬ ਜਾ ਰਹੇ ਆ। ਠੀਕ ਹੈ। ਆਪਣਾ ਵੀਰ ਬਸ ਕਹਿੰਦਾ ਥੋੜੀ ਦੇਰ ਰੈਸਟ ਕਰ ਲਈ, ਤੇ ਮੈਂ ਕਿਹਾ ਫਿਰ ਭਰਾ ਤੂੰ ਕਰ ਲੈ ਰੈਸਟ, ਕੋਈ ਗੱਲ ਨਹੀਂ, ਫਿਰ ਆਪਾਂ ਅੱਗੇ ਵਧਦੇ। ਕਿਉਂ ਵੀ ਬਿਲਕੁਲ ਜੀ ਭਾਜੀ, ਆਹ ਰਸਤਾ ਦਾ ਖਜਾਰ ਦਾ। ਹਾਂਜੀ, ਇਹ ਜੀ ਤੁਸੀਂ ਦੇਖਦੇ ਪਏ ਆ ਰਸਤਾ ਹੁਣ ਖਜਾਰ ਨੂੰ ਆਪਾਂ ਇੱਧਰ ਨੂੰ ਚੱਲ ਪੈਣਾ। ਇੱਥੇ ਆਪਣੇ ਹੈਗੀ ਜੀ ਹੋਟਲ ਪ੍ਰਿੰਸੈਸ ਪਾਰਕਿੰਗ ਹੈਗੀ। ਪਿੱਛੇ ਨਾ ਆਪਾਂ ਵੈਸੇ ਪਿੱਛੇ ਖਲੋਣ ਦਾ ਪਹਿਲਾਂ ਸੋਚਿਆ ਸੀ, ਪਰ ਪਿੱਛੇ ਨਾ ਕਾਫੀ ਗੱਡੀਆਂ ਗੁੱਡੀਆਂ ਨਾਲ ਨਾ ਤਾਮ ਝਾਮ ਮਗਾਈ ਇਕੱਠਾ ਜਿਹਾ ਹੋਇਆ ਸੀ। ਆਪਾਂ ਕਹੀ ਚਲੋ ਅੱਗੇ ਜਾ ਕੇ ਆਰਾਮ ਨਾਲ ਬਹਿ ਕੇ ਕਰਦੇ ਹਾਂ ਕੋਈ। ਚਲਿਏ ਫਿਰ ਬਾਈ ਅੱਗੇ ਕੰਟੀਨਿਊ ਕਰੀਏ ਅੱਗੇ ਆਪਣਾ ਟਰੈਵਲ। ਠੀਕ ਹੈ, ਘੰਟਾ ਕੁ ਜੇ ਲੱਗਣਾ ਸਾਨੂੰ, ਫਿਰ ਆਪਾਂ ਵਾਪਸੀ ਵੀ ਕਰਨੀ ਹੈ। ਕਰੋਨਾ ਤੋਂ ਪ੍ਰੋਟੈਕਟ ਰਹੀਏ। ਹਾਂ, ਕਰੋਨਾ ਤੋਂ ਬਚਣਾ ਜ਼ਰੂਰੀ ਹੈ, ਪਰ ਆਪਾਂ 2 ਜਣੇ ਤੇ ਹੈਗੇ, ਪਰ ਸ਼ੁਰੂ ਤੋਂ ਇਕੱਠੇ ਗਏ ਨਾ। ਚਲੋ ਮਿਲਦੇ ਹਾਂ।
ਜੀ ਦੋਸਤੋ ਡਲਹੌਜੀ ਤੱਕ ਤੇ ਬਹੁਤ ਵਧੀਆ ਸੜਕ ਆਪਾਂ ਨੂੰ ਵੇਖਣ ਨੂੰ ਮਿਲੀ ਹੈ, ਪਰ ਇਹ ਜਿਹੜੀ ਖਜਾਰ ਵਾਲੀ ਰੋਡ ਹੈ ਇਹ ਕਾਫੀ ਜ਼ਿਆਦਾ ਰਫ ਹੈ ਜੀ। ਸੜਕ ਦੇ ਵਿੱਚ ਕਈ ਵਾਰੀ ਵੱਡੇ ਵੱਡੇ ਟੋਏ ਟੱਬੇ ਵੀ ਦੇਖਣ ਨੂੰ ਮਿਲਦੇ ਆ। ਬਾਈਕ ਹੈ, ਚਲੋ ਬਾਈਕ ਸਾਈਡ ਤੋਂ ਇੱਧਰ ਉੱਧਰ ਕਰਕੇ ਨਿਕਲ ਜਾਂਦੀ ਹੈ। ਕਾਰ ਵਾਲਿਆਂ ਨੂੰ ਜ਼ਿਆਦਾ ਦਿੱਕਤ ਆ ਰਹੀ ਹੈ, ਕਾਫੀ ਜ਼ਿਆਦਾ ਸ਼ੇਕ ਕਰਦੀ ਹੈ ਕਾਰ ਜਿਹੜੀ ਵੀ ਅੱਗੇ ਜਾ ਰਹੀ ਹੈ ਜੀ। ਬਾਕੀ ਇੰਜੋਏ ਕਰੋ, ਦੇਖੋ ਪਹਾੜ ਦੀਆਂ ਵਾਦੀਆਂ ਵੇਖੋ, ਚਾਰੇ ਪਾਸੇ ਵੇਖੋ ਕਿੰਨਾ ਵਧੀਆ ਮਾਹੌਲ ਹੈ ਜੀ, ਕਿੰਨਾ ਵਧੀਆ ਲੁੱਕ ਮਿਲ ਰਿਹਾ ਜੀ। ਇੱਧਰ ਦੇਖੋ ਜੀ ਸਾਹਮਣੇ ਸੜਕ ਦਾ ਕੀ ਹਾਲ ਹੈ ਜੀ, ਤੁਹਾਨੂੰ ਦੇਖ ਕੇ ਪਤਾ ਲੱਗ ਹੀ ਗਿਆ ਹੋਣਾ ਕਿ ਕਿੰਨੀ ਖਰਾਬ ਸੜਕ ਹੈ ਜੀ। ਤੇ ਆਪਾਂ ਕਿੰਨੀ ਹੌਲੀ ਜਾ ਰਹੇ ਹਾਂ ਇਸ ਰਸਤੇ ਤੋਂ, ਸੇਫਟੀ ਦਾ ਧਿਆਨ ਰੱਖਦੇ ਹੋਏ। ਡਲਹੌਜੀ ਤੋਂ ਚੱਲ ਕੇ 1 ਘੰਟਾ ਬਾਈਕ ਚਲਾਉਣ ਤੋਂ ਬਾਅਦ ਅਸੀਂ ਖਜਾਰ ਪਹੁੰਚਣ ਵਾਲੇ ਹਾਂ। ਹੁਣ ਬਸ ਨਜ਼ਦੀਕ ਹੀ ਹੈ ਖਜਾਰ, ਹੁਣੇ ਪਹੁੰਚ ਜਾਣਾ ਆਪਾਂ ਥੋੜੀ ਦੇਰ ਦੇ ਵਿੱਚ ਸੀ। ਲਓ ਜੀ ਫਾਈਨਲੀ ਕਰੀਬ 12 ਕੁ ਵਜੇ ਦੇ ਆਪਾਂ ਪਹੁੰਚ ਗਏ ਹੋਏ ਹਾਂ ਜੀ ਇੱਥੇ ਖਜਾਰ। ਆਹ ਦੇਖ ਲਓ ਜੀ ਨਜ਼ਾਰੇ ਖਜਾਰ ਦੇ ਜੀ, ਕਿੰਨਾ ਵਧੀਆ ਮੌਸਮ ਹੈ ਜੀ ਇੱਥੇ। ਖਜਾਰ ਪਹੁੰਚਣ ਤੇ ਸਾਨੂੰ ਪਹਿਲਾਂ ਭੁੱਖ ਬਹੁਤ ਜ਼ਿਆਦਾ ਤੇਜ਼ ਲੱਗੀ ਸੀ, ਅਸੀਂ ਇਸ ਕਰਕੇ ਸਭ ਤੋਂ ਪਹਿਲਾਂ ਜਿਹੜਾ ਨਾ ਆਪਣੇ ਖਾਣੇ ਨੂੰ ਪ੍ਰੈਫਰੈਂਸ ਦਿੱਤੀ।
ਭਾਜੀ ਕਿੰਨਾ ਲੱਗ ਰਿਹਾ ਆ ਕੇ ਵਧੀਆ ਭਾਈ ਓਕੇ ਰਿਪੋਰਟ ਹੈ ਵੈਦਰ ਬੜਾ ਘੈਂਟ ਹੈਗਾ ਮੌਸਮ ਦੀ ਤਾਂ ਵਾਕਈ ਯਾਰ ਮੰਨਣਾ ਪਊਗਾ ਮੌਸਮ ਮਤਲਬ ਨਾ ਬਿਲਕੁਲ ਨਾ ਧੁੱਪ ਹੈ ਤੇ ਨਾ ਬਹੁਤੀ ਠੰਡ ਵੀ ਨਹੀਂ ਹੈ ਮਤਲਬ ਆਪਾਂ ਕਹਿ ਲਈਏ ਤਾਂ ਇੰਨੀ ਠੰਡ ਵੀ ਨਹੀਂ ਹੈ ਮਤਲਬ ਵਧੀਆ এনवायरमेंट ਹੈ ਸਾਰਾ ਮਤਲਬ ਹੈ ਪਰ ਇੱਥੇ ਉੱਪਰ ਅਗਰ ਰਹੀਏ ਨਾ ਉੱਪਰ ਚੋਟੀ ਤੋਂ ਤਾਂ ਬਰਫ਼ ਨਜ਼ਰ ਆਉਂਦੀ ਵੀ ਬਸ ਉਹ ਦੂਰ ਹਾਂਜੀ ਭਾਈ ਇੱਥੇ ਨਹੀਂ ਇੱਥੇ ਤਾਂ ਬਸ ਲੇਕ ਹੀ ਹੁੰਦੀ ਹੈ ਇੱਥੇ ਬਸ ਵਾਕਈ ਸਹੀ ਗੱਲ ਹੈ ਲੇਕ ਵੀ ਅੱਧੀ ਜੱਦੀ ਸੁੱਕੀ ਅੱਧੀ ਹੈਗੀ ਹੈ ਲੇਕ ਹੈ ਬਾਕੀ ਬਾਈਕ ਦਾ ਕਿਵੇਂ ਰਿਹਾ ਕਿਵੇਂ ਮਜ਼ਾ ਆਇਆ ਬਾਈਕ ਤੇ ਓਕੇ ਰਿਪੋਰਟ ਸੀਗਾ ਬਾਈਕ ਤੇ ਠੰਡ ਲੱਗਦੀ ਸੀ ਹਾਂ ਬਾਈਕ ਤਾਂ ਲੱਗਦੀ ਸੀ ਮੈਂ ਆਪਣਾ ਕੋਲਡ ਡਰਿੰਕ ਪੀਣਾ ਨਾ ਕਰਕੇ ਮੈਨੂੰ ਹੋਰ ਠੰਡ ਲੱਗਦੀ ਤੇ ਕੋਲਡ ਡਰਿੰਕ ਕਿਨੇ ਕਿਹਾ ਪੀ ਮੈਂ ਕੋਲਡ ਡਰਿੰਕ ਪੀਣੀ ਇੱਥੇ ਮੈਂ ਧੁੱਪ ਦੇਖਦਾ ਮੈਂ ਠੰਡ ਪਹਿਲਾਂ ਵਿੱਚ ਬੱਦਲ ਬੰਦਾ ਤਾਂ ਠੰਡ ਲੱਗਦੀ ਹੈ ਫਿਰ ਜਦੋਂ ਨਿਕਲੇ ਰਹਿ ਵਧੀਆ ਲੱਗਦਾ 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 ਤੇ ਕੋਈ ਪਤਾ ਨਹੀਂ ਲੱਗਦਾ ਮਿੰਟ 'ਚ ਬੱਦਲ ਬਣ ਜਾਂਦੇ ਆ ਮਿੰਟ 'ਚ ਫਿਰ ਇੱਥੇ ਦੇਖ ਰਹੀਆਂ ਔਰ ਫਿਰ ਬਦਲ ਬਣਦੇ ਪਏ ਉੱਪਰ ਹਾਂ ਉਹ ਪਿੱਛੇ ਪਹਾੜਾਂ ਦੇ ਵਿੱਚ ਬੱਦਲ ਲੱਗੇ ਬਦਲ ਹੁੰਦੇ ਪਏ ਹੁਣ ਤਾਂ ਗੋਦੀ ਆਏ ਤੇ ਖਜ਼ਾਰ ਨਾ ਆਏ ਨਾ ਤੇ ਫਾਇਦਾ ਨਹੀਂ ਆ ਕੋਈ ਆਪਾਂ ਲਾਸਟ ਟਾਈਮ ਆਏ ਸੀਗੇ ਤੇ ਉਦੋਂ ਬਰਫ਼ ਪੈ ਗਈ ਸੀ ਤੇ ਬਰਫ਼ ਪੈ ਗਈ ਇੱਥੇ ਰਸਤਾ ਬਲੌਕ ਹੋ ਗਿਆ ਤੇ ਫਿਰ ਡਲਹੌਜੀ ਵਾਪਸ ਮੁੜ ਗਏ ਪਰ ਡਲਹੌਜੀ ਮੈਨੂੰ ਕੋਈ ਖਾਸ ਜਿਹਾ ਨਹੀਂ ਲੱਗਾ ਸੀ ਕੁਛ ਹੈ ਹੀ ਨਹੀਂ ਐਵੇਂ ਗੱਲਬਾਤ ਹੀ ਨਹੀਂ ਬਾਜ਼ਾਰ ਜਿਹਾ ਹੈਗਾ ਸੀ ਉੱਥੇ ਵੀ ਬਸ ਕਈ ਜਾਂਦੇ ਗੱਡੀਆਂ ਬਾਹਰ ਉੱਥੇ ਪਰ ਇਹ ਬਾਬਾ ਸ਼ਾਂਤਮਈ ਇਲਾਕਾ ਹੈ ਭਾਵੇਂ ਘੰਟਾ ਬਾਅਦ ਲੱਗ ਜਾਂਦੇ ਇੱਥੇ ਆਉਣ ਨੂੰ ਪਰ ਸਹੀ ਹੈ